ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਰੀਸੈਂਟਲੀ ਨਾ ਇੱਕ ਨਿਊਜ਼ ਦੇਖੀ ਸੋਸ਼ਲ ਮੀਡੀਆ ਦੇ ਉੱਪਰ, ਮੈਨੂੰ ਦੇਖ ਕੇ ਬੜਾ ਦੁੱਖ ਹੋਇਆ ਹੈ ਨਾ। ਅਤੇ ਉਹਦੇ 'ਚ ਸੀਗਾ ਵੀ ਕਿਸੇ ਮੁੰਡੇ ਦੀ ਨਾ ਮੈਰਿਜ ਹੁੰਦੀ ਹੈ ਕੁੜੀ ਨਾਲ, ਕੰਟਰੈਕਟ ਮੈਰਿਜ ਸੀ ਜਾਂ ਮਤਲਬ ਰੀਅਲ ਮੈਰਿਜ ਸੀਗੀ। ਉਹਨਾਂ ਨੇ ਕੀਤਾ ਹੋਇਆ ਸੀਗਾ ਕਿ ਸਾਡੇ ਮੁੰਡੇ ਨੂੰ ਕੁੜੀ ਨੇ ਬਾਹਰ ਲੈ ਕੇ ਜਾਣਾ, ਉਹਨਾਂ ਨੇ ਪੈਸਾ ਵਗੈਰਾ ਲਾਇਆ ਹੋਇਆ ਅਤੇ ਉਹਨਾਂ ਨੇ ਪਾਇਆ ਸੀ ਸੋਸ਼ਲ ਮੀਡੀਆ ਉੱਪਰ ਕਿ ਉਹ ਕੁੜੀ ਨੇ ਨਾ ਕਨੇਡਾ ਜਾਣ ਤੋਂ ਬਾਅਦ ਮੁੰਡੇ ਨੂੰ ਬੁਲਾਇਆ ਨਹੀਂ ਹੈਗਾ, ਵੀ ਉਹਨੇ ਮਤਲਬ ਹਫ਼ਤੇ 'ਚ ਕਦੀ ਫ਼ੋਨ ਕਰਨਾ, ਵੀ ਉਹਨੇ ਮਤਲਬ ਉੱਥੇ ਜਾ ਕੇ ਰਿਸ਼ਤਾ ਹੀ ਇੱਕ ਤਰ੍ਹਾਂ ਨਾਲ ਖ਼ਤਮ ਕਰ ਲਿਆ। ਅਤੇ ਮੁੰਡਾ ਬਹੁਤ ਸਟਰੈਸ 'ਚ ਆ ਗਿਆ ਵੀ ਮੁੰਡੇ ਨੇ ਸੁਸਾਈਡ ਕਰ ਲਿਆ ਹੈ ਨਾ। ਵੈਸੇ ਪਹਿਲਾਂ ਵੀ ਇਹੋ ਜਿਹੀਆਂ ਬਹੁਤ ਨਿਊਜ਼ ਆ ਰਹੀਆਂ ਨੇ, ਜਦੋਂ ਅਸੀਂ ਦੇਖਦੇ ਹਾਂ ਵੀ ਕੁੜੀਆਂ ਬਾਹਰ ਜਾ ਕੇ ਚੇਂਜ ਹੋ ਜਾਂਦੀਆਂ ਨੇ ਹੈ ਨਾ, ਬੁਲਾਉਂਦੀਆਂ ਨਹੀਂ ਮੁੰਡਿਆਂ ਨੂੰ, ਉਹਨਾਂ ਦੀ ਪੂਰੀ ਫੈਮਿਲੀ ਬਰਬਾਦ ਹੋ ਜਾਂਦੀ ਹੈ। ਕਿਉਂਕਿ ਅਗਲਾ 20-25 ਲੱਖ ਤਾਂ ਘੱਟ ਤੋਂ ਘੱਟ ਲਾ ਕੇ ਅਗਲਾ ਤੋਰਦਾ, ਖਰਚਾ ਚੱਕਦਾ ਸਟੱਡੀ ਦਾ ਹੈ ਨਾ। ਅਤੇ ਇਹਦੇ ਪਿੱਛੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਕਿਸੇ 'ਤੇ ਖਰਚਾ ਕਰਕੇ ਹੈ ਨਾ ਕਿਸੇ ਨੂੰ ਬਾਹਰ ਤੋਰਨਾ। ਅੱਜ ਕੱਲ੍ਹ ਪੈਸੇ ਦੇ ਮਾਮਲੇ 'ਚ ਤਾਂ ਅਸੀਂ ਆਪਣਿਆਂ 'ਤੇ ਨਹੀਂ ਇੰਟਰਸਟ ਕਰ ਸਕਦੇ, ਅਸੀਂ ਕਿਸੇ ਬੇਗਾਨੀ ਕੁੜੀ 'ਤੇ ਇੰਨਾ ਖਰਚਾ ਕਰਕੇ ਆਪਣੇ ਮੁੰਡੇ ਨੂੰ ਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਮੁੰਡਾ ਸੈੱਟ ਹੋ ਜਾਊਗਾ ਬਾਹਰ। ਇਹਦੇ ਲਈ ਕਿਤੇ ਨਾ ਕਿਤੇ ਸਾਡਾ ਸਮਾਜ ਵੀ ਜ਼ਿੰਮੇਵਾਰ ਹੈਗਾ ਕਿ ਅਸੀਂ ਲੋਕ ਦੇਖਦੇ ਨਹੀਂ ਇਹ ਚੀਜ਼ ਲਈ ਕਿ ਅਸੀਂ ਜਿਹੜਾ ਸਟੈਪ ਚੱਕ ਰਹੇ ਹਾਂ ਉਦੋਂ ਅਸੀਂ ਲਾਲਚ ਹੁੰਦੇ ਹਾਂ ਵੀ ਸਾਡਾ ਮੁੰਡਾ ਬਾਹਰ ਚੱਲ ਜਾਊਗਾ ਹੈ ਨਾ। ਅਸੀਂ ਕਿਸੇ ਕੁੜੀ ਨੂੰ ਇੱਕ ਸੀੜੀ ਬਣਾ ਕੇ ਅੱਗੇ ਵਧਣ ਦਾ ਟਰਾਈ ਕਰਦੇ ਹਾਂ, ਪਰ ਕੁੜੀਆਂ ਉੱਥੇ ਜਾ ਕੇ ਚੇਂਜ ਕਿਉਂ ਹੋ ਜਾਂਦੀਆਂ ਨੇ? ਦੇਖੋ, ਹਰ ਇੱਕ ਦੀ ਆਪਣੀ ਥਿੰਕਿੰਗ ਹੁੰਦੀ ਆ ਵੀ ਮਤਲਬ ਚੇਂਜ ਕਿਉਂ ਹੁੰਦੀਆਂ ਨੇ। ਕਈ ਵਾਰੀ ਹੋ ਸਕਦਾ ਅਗਲੇ ਦੇ ਸਰਕਮਸਟੈਂਸਿਸ ਇੱਦਾਂ ਦੇ ਰਹੇ ਹੋਣ ਕਿ ਬੰਦਾ ਮਤਲਬ ਮਜਬੂਰ ਹੋ ਜਾਂਦਾ ਹੈ ਨਾ, ਵੀ ਉੱਥੇ ਲਾਈਫ ਸੈੱਟ ਕਰਨ ਵਿੱਚ ਪ੍ਰੈਸ਼ਰ ਇੰਨਾ ਹੁੰਦਾ। ਪਰ ਮੈਂ ਇਹ ਚੀਜ਼ ਸੋਚਦੀ ਹਾਂ ਵੀ ਜੇ ਕੋਈ ਬੰਦਾ ਤੁਹਾਡੇ 'ਤੇ ਟਰੱਸਟ ਕਰਕੇ ਇੰਨਾ ਪੈਸਾ ਲਾ ਕੇ ਤੁਹਾਨੂੰ ਬਾਹਰ ਭੇਜ ਰਿਹਾ, ਤੁਹਾਡੇ 'ਤੇ ਖਰਚਾ ਕਰਦਾ ਪਿਆ ਨਾ, ਤਾਂ ਤੁਸੀਂ ਅਗਲੇ ਨੂੰ ਐਟਲੀਸਟ ਅਗਲੇ ਨਾਲ ਪੂਰੀ ਜ਼ਿੰਦਗੀ ਨਹੀਂ ਨਿਭਾਉਣੀ ਤਾਂ ਅਗਲੇ ਦੇ ਪੈਸੇ ਦਾ ਮੁੱਲ ਤਾਂ ਮੋੜ ਦਿਓ, ਅਗਲੇ ਦੇ ਮੁੰਡੇ ਨੂੰ ਬਾਹਰ ਤਾਂ ਲੈ ਜਾਓ। ਇੱਥੇ ਬੰਦਾ ਸੁਸਾਈਡ ਕਰਨ ਲਈ ਮਜਬੂਰ ਹੋ ਜਾਂਦਾ ਨਾ, ਬਹੁਤ ਔਖਾ ਹੋ ਜਾਂਦਾ। ਪਿੱਛੇ ਫੈਮਲੀਆਂ ਰੁਲਦੀਆਂ ਨੇ, ਮਾਂ ਬਾਪ ਪੂਰੀ ਜ਼ਿੰਦਗੀ ਇਹ ਚੀਜ਼ ਨੂੰ ਭੁੱਲ ਨਹੀਂ ਸਕਦੇ। ਔਰ ਕਿਤੇ ਨਾ ਕਿਤੇ ਐਂਡ 'ਤੇ ਜਾ ਕੇ ਕੁੜੀਆਂ ਵੀ ਪਛਤਾਉਂਦੀਆਂ ਨੇ ਵੀ ਅਸੀਂ ਕਿਸੇ ਨੂੰ ਚੀਟ ਕੀਤਾ। ਉਸ ਟਾਈਮ ਭਾਵੇਂ ਉਹਨਾਂ ਨੂੰ ਨਹੀਂ ਲੱਗਦਾ, ਪਰ ਜਦੋਂ ਬੰਦਾ ਸੁਸਾਈਡ ਕਰ ਲੈਂਦਾ ਉਸ ਤੋਂ ਬਾਅਦ ਬੰਦਾ ਪੱਲੇ ਸਿਰਫ ਪਛਤਾਵਾ ਰਹਿ ਜਾਂਦਾ। ਅਤੇ ਮੈਨੂੰ ਇਹ ਨਿਊਜ਼ ਦੇਖ ਕੇ ਬਹੁਤ ਦੁੱਖ ਹੋਇਆ ਹੈ ਨਾ। ਮੈਂ ਤਾਂ ਪੇਰੈਂਟਸ ਨੂੰ ਵੀ ਇਹ ਕਹਿਣਾ ਚਾਹੂੰਗੀ ਵੀ ਜੇ ਤੁਸੀਂ ਆਪਣੇ ਮੁੰਡਿਆਂ ਨੂੰ ਬਾਹਰ ਸੈੱਟ ਕਰਨਾ ਨਾ, ਉਹਨਾਂ ਨੂੰ ਸਟੱਡੀ ਇੱਦਾਂ ਦੀ ਕਰਾਓ ਕਿ ਉਹਨਾਂ ਨੂੰ ਕਿਸੇ ਕੁੜੀ ਦੇ ਸਹਾਰੇ ਦੀ ਜ਼ਰੂਰਤ ਨਾ ਹੋਵੇ। ਆਪਣੇ ਮੁੰਡੇ 'ਤੇ ਇੰਨਾ ਕੁ ਪੈਸਾ ਲਾ ਦਿਓ ਕਿ ਮੁੰਡਾ ਖੁਦ ਸੈਲਫ ਡਿਪੈਂਡ ਹੋ ਕੇ ਬਾਹਰ ਜਾ ਸਕੇ। ਔਰ ਨਹੀਂ, ਅਸੀਂ ਫੋਕੀ ਸਾਨਸ ਔਰਤ ਵਾਸਤੇ ਹੈ ਨਾ ਇਹ ਸੋਚਦੇ ਹਾਂ ਵੀ ਸਾਡਾ ਮੁੰਡਾ ਬਾਹਰ ਚਲਾ ਜਾਊਗਾ, ਸਾਡਾ ਮੁੰਡਾ ਸੈੱਟ ਹੋ ਜਾਊਗਾ। ਇਹਦੇ ਲਈ ਅਸੀਂ ਪਤਾ ਨਹੀਂ ਕਿਹੜੇ ਬੰਦੇ 'ਤੇ, ਜਿਹਨੂੰ ਅਸੀਂ ਜਾਣਦੇ ਵੀ ਨਹੀਂ, ਉਹ 'ਤੇ ਟਰੱਸਟ ਕਰਕੇ ਅਸੀਂ ਉਹਦੀ ਧੀ 'ਤੇ ਪੈਸਾ ਲਾ ਦਿੰਦੇ ਹਾਂ ਅਤੇ ਬਾਹਰ ਭੇਜ ਵੀ ਦਿੰਦੇ ਹਾਂ, ਅਗਲੀ ਬੁਲਾਉਂਦੀ ਨਹੀਂ ਆ। ਜੇ ਅਸੀਂ ਕਿਸੇ ਕੁੜੀ 'ਤੇ 20-25 ਲੱਖ ਰੁਪਈਆ ਲਾ ਕੇ ਉਹਨੂੰ ਬਾਹਰ ਭੇਜ ਸਕਦੇ ਹਾਂ, ਸਾਡੇ 'ਚ ਇੰਨੀ ਹਿੰਮਤ ਹੁੰਦੀ ਆ, ਫਿਰ ਕਿਉਂ ਨਾ ਅਸੀਂ ਆਪਣੇ ਮੁੰਡਿਆਂ ਨੂੰ ਇਸ ਲੈਵਲ ਤੱਕ ਸਟੱਡੀ ਕਰਾ ਸਕੇ ਜਾਂ ਫਿਰ ਕੋਈ ਹੋਰ ਕੰਮ ਕਰਵਾ ਦਿਓ। ਜ਼ਰੂਰੀ ਥੋੜ੍ਹੀ ਹੁੰਦਾ ਵੀ ਅਸੀਂ ਬਾਹਰ ਜਾ ਕੇ ਹੀ ਪੈਸਾ ਕਮਾਉਣਾ ਹੁੰਦਾ। ਆਪਣੇ ਬੱਚੇ ਰੋਲਣ ਨਾਲੋਂ ਤਾਂ ਚੰਗਾ ਨਾ ਇੱਥੇ ਜੇ ਕਿਸੇ 'ਤੇ 20 ਲੱਖ ਰੁਪਈਆ ਲਾ ਕੇ ਅਸੀਂ ਕੁੜੀ ਨੂੰ ਬਾਹਰ ਭੇਜਦੇ ਪਏ ਹਾਂ, ਇਹ ਤੋਂ ਚੰਗਾ ਅਸੀਂ ਇੱਥੇ ਆਪਣੇ ਮੁੰਡੇ 'ਤੇ ਉਹ ਤੋਂ ਅੱਧਾ ਲਾ ਕੇ ਵੀ ਉਹਨੂੰ ਸਟੈਂਡ ਕਰ ਸਕਦੇ ਹਾਂ। ਜਿਹੜੇ ਕੰਮ ਦੇ ਵਿੱਚ ਤੁਹਾਡੇ ਬੱਚੇ ਦਾ ਇੰਟਰਸਟ ਹੁੰਦਾ ਨਾ, ਉਹ ਕੰਮ ਦੇ ਵਿੱਚ ਉਹਨੂੰ ਹੈਲਪ ਕਰੋ, ਉਹਨੂੰ ਗਾਈਡ ਕਰੋ ਅਤੇ ਉਹ 'ਤੇ ਪੈਸਾ ਲਾਓ ਤਾਂ ਕਿ ਤੁਹਾਡਾ ਆਪਣਾ ਬੱਚਾ ਸਟੈਂਡ ਹੋ ਜੇ, ਨਾ ਕਿ ਉਹਨਾਂ ਨੂੰ ਕਿਸੇ ਹੋਰ ਬੰਦੇ ਦੀ ਜਾਂ ਕਿਸੇ ਹੋਰ ਕੁੜੀ ਦੀ ਜਾਂ ਮਤਲਬ ਕਿ ਜਾਂ ਕੁੜੀ ਨੂੰ ਹੋਰ ਮੁੰਡੇ ਦੀ ਜ਼ਰੂਰਤ ਨਾ ਪਵੇ ਕਿ ਉਹ ਤੁਹਾਡੀ ਲਾਈਫ ਸੈੱਟ ਕਰੇ। ਦੇਖੋ, ਪੇਰੈਂਟਸ ਕੀ ਸੋਚਦੇ ਆ ਵੀ ਚਲੋ ਜੀ ਕੁੜੀ ਦਾ ਆਈਲੈਟਸ ਕਲੀਅਰ ਆ, ਮੈਰਿਜ ਕਰ ਦਿਓ, ਸਾਡਾ ਮੁੰਡਾ ਬਾਹਰ ਜਾਊਗਾ ਅਤੇ ਬਾਹਰ ਜਾ ਕੇ ਸਾਡਾ ਮੁੰਡਾ ਸੈੱਟ ਹੋ ਜੂ। ਜੇ ਬੱਚੇ ਨੂੰ ਸੈੱਟ ਕਰਨਾ, ਇੰਡੀਆ 'ਚ ਵੀ ਬਹੁਤ ਆਪਣੇ ਕੋਲ ਮੌਕੇ ਹੁੰਦੇ ਆ। ਜ਼ਰੂਰੀ ਥੋੜ੍ਹੀ ਆ ਵੀ ਆਪਾਂ ਸਟੱਡੀ ਵਾਲੇ ਪਾਸੇ ਲੈ ਕੇ ਨਾ ਕੋਈ ਬਿਜ਼ਨਸ ਕਰਾ ਦਿਓ ਬੱਚੇ ਨੂੰ ਹੈ ਨਾ। ਆਪਣਾ ਬੱਚਾ ਉਹਨੂੰ ਕੌਨਫੀਡੈਂਸ ਦੇਣਾ ਪੇਰੈਂਟਸ 'ਤੇ ਹੁੰਦਾ ਵੀ ਜੇ ਪੇਰੈਂਟਸ ਚਾਹੁਣ ਤਾਂ ਆਪਣੇ ਬੱਚੇ ਨੂੰ ਕੁਛ ਵੀ ਕਰਵਾ ਸਕਦੇ ਆ। ਪਰ ਸਾਡੇ ਸਮਾਜ ਦੇ ਵਿੱਚ ਪਤਾ ਇਹ ਸੋਚਿਆ ਜਾਂਦਾ ਵੀ ਚਲੋ ਜੀ ਮੁੰਡੇ ਨੇ, ਉਦੋਂ ਤਾਂ ਸਟੱਡੀ ਦਾ ਵੀ ਇੰਨਾ ਨਹੀਂ ਦੇਖਿਆ ਜਾਂਦਾ। ਮਾਂ ਬਾਪ ਗਾਈਡ ਕਰਨ 'ਚ ਵੀ ਕਈ ਵਾਰ ਗਲਤੀਆਂ ਕਰ ਜਾਂਦੇ ਆ। ਫਰੈਂਡ ਕੀ ਹੁੰਦਾ ਵਾ, ਅਸੀਂ ਇਹੋ ਜਿਹੀਆਂ ਕੁੜੀਆਂ ਲੱਭਦੇ ਹਾਂ ਵੀ ਜਿਨ੍ਹਾਂ ਦੇ ਪੇਪਰ ਕਲੀਅਰ ਹੋਣ, ਸਾਡੇ ਮੁੰਡੇ ਨੂੰ ਬਾਹਰ ਲਿਜਾ ਕੇ ਸੈੱਟ ਕਰ ਲੈਣ ਹੈ ਨਾ। ਅਤੇ ਫਿਰ ਐਂਡ ਜੇ ਨਹੀਂ ਬੁਲਾਉਂਦੀਆਂ, ਚੀਟ ਕਰ ਜਾਂਦੀਆਂ ਨੇ ਕੁੜੀਆਂ 30-35 ਲੱਖ ਰੁਪਈਆ ਲਵਾ ਕੇ ਹੈ ਨਾ, ਬਾਅਦ 'ਚ ਫਿਰ ਫੈਮਲੀਆਂ ਰੁਲਦੀਆਂ ਰਹਿੰਦੀਆਂ ਨੇ। ਮੈਂ ਤਾਂ ਨਿਊਜ਼ ਦੇਖੀ ਅਤੇ ਮੈਨੂੰ ਬਹੁਤ ਦੁੱਖ ਹੋਇਆ। ਔਰ ਮੈਨੂੰ ਮੁੰਡੇ ਦੀ ਵੀ ਉਮਰ ਕੁਝ ਜ਼ਿਆਦਾ ਨਹੀਂ ਸੀ ਲੱਗਦੀ, ਹੱਦ 25-26 ਸਾਲ ਦੀ ਹੋਏਗੀ, ਇਸ ਤੋਂ ਜ਼ਿਆਦਾ ਨਹੀਂ। ਔਰ ਕੁੜੀ ਦੀ ਵੀ ਏਜ ਬਹੁਤ ਘੱਟ ਲੱਗ ਰਹੀ ਸੀ, ਜਿਹੜੀਆਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਫੋਟੋਆਂ ਪਾਈਆਂ ਹੋਈਆਂ ਸੀ। ਅਤੇ ਮੈਨੂੰ ਤਾਂ ਬਹੁਤ ਇਹ ਚੀਜ਼ ਦੇਖ ਕੇ ਬਹੁਤ ਜ਼ਿਆਦਾ ਤਕਲੀਫ ਹੋਈ ਕਿ ਮਤਲਬ ਅਸੀਂ ਕੀ ਸੋਚ ਲੈਂਦੇ ਹਾਂ ਹੈ ਨਾ। ਅਸੀਂ ਬਿਲਕੁਲ ਇਹ ਚੀਜ਼ ਨਹੀਂ ਦੇਖਦੇ ਵੀ ਉਦੋਂ ਰਿਜ਼ਲਟ ਕੀ ਨਿਕਲਣਾ, ਉਦੋਂ ਸਿਰਫ ਅਸੀਂ ਕਿਸੇ ਨੇ ਕਹਿ ਤਾ ਵੀ ਆਈਲੈਟਸ ਕਲੀਅਰ ਹੈ ਜਾਂ ਕੁਛ ਵੀ ਅਤੇ ਅਸੀਂ ਰਿਸ਼ਤੇ ਕਰ ਲੈਂਦੇ ਹਾਂ। ਮੈਂ ਤਾਂ ਕੁੜੀਆਂ ਨੂੰ ਵੀ ਇਹ ਕਹੂੰਗੀ ਵੀ ਜੇ ਤੁਹਾਡੇ ਮਾਂ ਬਾਪ ਨਾ ਤੁਹਾਨੂੰ ਸਟੈਂਡ ਨਹੀਂ ਕਰ ਸਕਦੇ ਹੁੰਦੇ, ਤੁਹਾਡੇ ਲਈ ਪੈਸਾ ਨਹੀਂ ਲਾ ਸਕਦੇ, ਜਾਂ ਤਾਂ ਆਈਲੈਟਸ ਕਰਿਆ ਨਾ ਕਰੋ।
ਜੇ ਤੁਹਾਡੀ ਇੰਨੀ ਔਕਾਤ ਨਹੀਂ ਹੁੰਦੀ ਕਿਸੇ ਨਾਲ ਵਿਆਹ ਕਰਾ ਕੇ ਨਿਭਾਉਣ ਦੀ, ਤਾਂ ਕਿਸੇ ਦੇ ਬੱਚਿਆਂ ਦੀ ਪਲੀਜ਼ ਜ਼ਿੰਦਗੀ ਨਾ ਖਰਾਬ ਕਰਿਆ ਕਰੋ, ਕਿਉਂਕਿ ਇੱਕ ਪਾਲਿਆ ਪੋਸਿਆ ਬੱਚਾ ਜਦੋਂ 20-25 ਸਾਲ ਦਾ ਮੁੰਡਾ ਘਰੋਂ ਚੱਲ ਜਾਣਾ, ਮਾਂ ਬਾਪ ਨੂੰ ਬਹੁਤ ਦੁੱਖ ਹੁੰਦਾ ਇਸ ਚੀਜ਼ ਦਾ। ਤੁਸੀਂ ਬਾਹਰ ਜਾ ਕੇ ਚੇਂਜ ਹੋ ਜਾਂਦੀ ਹੋ, ਤੁਸੀਂ ਕਦੇ ਸੋਚਿਆ ਵੀ ਜਿਹਦੇ ਲਈ ਤੁਸੀਂ ਚੇਂਜ ਹੋ ਰਹੀ ਹੋ, ਜਿਹੜੇ ਬੰਦੇ ਲਈ ਤੁਸੀਂ ਉਹ ਬੰਦੇ ਨੂੰ ਚੀਟ ਕਰ ਰਹੇ ਹੋ, ਜਿਹਨੇ ਤੁਹਾਡੇ 'ਤੇ ਇੰਨਾ ਟਰਸਟ ਕੀਤਾ ਹੁੰਦਾ ਵੀ 25-30 ਲੱਖ ਰੁਪਇਆ ਲਾ ਕੇ ਤੁਹਾਨੂੰ ਬਾਹਰ ਭੇਜਿਆ ਹੁੰਦਾ, ਕਦੇ ਸੋਚਿਆ ਉਹ ਇਨਸਾਨ ਤੁਹਾਡੇ ਲਈ ਕੀ ਨਹੀਂ ਕਰ ਸਕਦਾ ਹੁੰਦਾ। ਅਤੇ ਜਿਹੜੇ ਬੰਦੇ ਲਈ ਤੁਸੀਂ ਚੀਟ ਕਰਦੀ ਹੋ, ਉਹ ਬੰਦਾ ਅੱਜ ਤੁਹਾਡੇ ਨਾਲ ਜੇ ਵਿਆਹੀ ਵਰੀ ਨਾਲ ਤੁਹਾਡੇ ਨਾਲ ਤੁਰ ਸਕਦਾ ਨਾ, ਕੱਲ੍ਹ ਨੂੰ ਉਹ ਤੁਹਾਡੇ ਨਾਲ ਲਈ ਸਟੈਂਡ ਨਹੀਂ ਲਊਗਾ, ਕੱਲ੍ਹ ਨੂੰ ਤੁਹਾਨੂੰ ਵੀ ਯੂਜ਼ ਐਂਡ ਥਰੋ ਕਰਕੇ ਕਿਤੇ ਵੀ ਛੱਡ ਸਕਦਾ ਹੁੰਦਾ। ਪਰ ਜਿਹੜਾ ਇਹੋ ਜਿਹਾ ਬੰਦਾ ਹੁੰਦਾ, ਜਿਹੜਾ ਇਹੋ ਜਿਹੀਆਂ ਫੈਮਲੀਆਂ ਜਿਹੜੀਆਂ ਤੁਹਾਡੇ 'ਤੇ ਪੈਸੇ ਲਾ ਲਾ ਕੇ ਭੇਜਦੀਆਂ ਨੇ ਨਾ, ਇੱਕ ਵਾਰ ਇਹੋ ਜਿਹੀਆਂ ਫੈਮਲੀਆਂ ਬਾਰੇ ਜ਼ਰੂਰ ਸੋਚ ਲਿਆ ਕਰੋ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਸਭ ਕੋਲ ਪੈਸੇ ਹੁੰਦੇ ਆ। ਕਿਸੇ ਨੇ ਕਿਤੋਂ ਕਰਜ਼ਾ ਚੱਕਿਆ ਹੁੰਦਾ, ਕਿਸੇ ਨੇ ਜ਼ਮੀਨ ਗਹਿਣੇ ਰੱਖੀ ਹੁੰਦੀ ਆ, ਜਾਂ ਕਿਸੇ ਕੋਲ ਹੋਰ ਪ੍ਰੋਪਰਟੀ ਹੁੰਦੀ ਆ, ਅਗਲੇ ਨੇ ਆਪਣਾ ਪੂਰਾ ਦਾਅ 'ਤੇ ਲਾਇਆ ਹੁੰਦਾ। ਜਾਂ ਤਾਂ ਜੇ ਤੁਸੀਂ ਦੇਖੋ ਚਾਹੁੰਦੀਆਂ ਹੁੰਦੀਆਂ ਹੋ ਕਿ ਤੁਸੀਂ ਇਹੋ ਜਿਹੇ ਬੰਦੇ ਨਾਲ ਮੈਰਿਜ ਨਹੀਂ ਕਰਾਉਣੀ, ਤੁਸੀਂ ਪਹਿਲਾਂ ਨਾ ਕਰ ਦਿਓ, ਕਿਉਂਕਿ ਗਲਤੀ ਮੁੰਡੇ ਵਾਲਿਆਂ ਦੀ ਨਹੀਂ ਹੁੰਦੀ, ਉਹਨਾਂ ਨੂੰ ਤਾਂ ਕੁੜੀ ਚਾਹੀਦੀ ਹੁੰਦੀ ਆ। ਗਲਤੀ ਹੁੰਦੀ ਆ ਤੁਹਾਡੇ ਪੇਰੈਂਟਸ ਦੀ, ਜਿਹੜਾ ਤੁਹਾਡੀ ਮਰਜ਼ੀ ਤੋਂ ਬਿਨਾਂ ਤੁਹਾਡੀ ਮੈਰਿਜ ਕਰ ਦਿੰਦਾ, ਜਾਂ ਤੁਹਾਡੀ ਹੁੰਦੀ ਆ ਕਿ ਉਦੋਂ ਤੁਸੀਂ ਲਾਲਚ 'ਚ ਆ ਕੇ, ਬਾਹਰ ਜਾਣ ਦੇ ਲਾਲਚ 'ਚ ਆ ਕੇ ਮੈਰਿਜ ਕਰਵਾ ਲੈਂਦੇ ਹੋ, ਅਤੇ ਬਾਹਰ ਜਾ ਕੇ ਫਿਰ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਆ, ਜਾਂ ਫਿਰ ਜਿਹੜੇ ਬੰਦੇ ਤੁਹਾਨੂੰ ਉੱਥੇ ਕੋਈ ਮੁੰਡਾ ਵਧੀਆ ਲੱਗਦਾ, ਤੁਸੀਂ ਉਹਦੇ ਨਾਲ ਮਤਲਬ ਤੁਹਾਨੂੰ ਅਟੈਚਮੈਂਟ ਹੋ ਜਾਂਦੀ ਹੈ, ਤੁਸੀਂ ਪਿੱਛੇ ਵਾਲਿਆਂ ਬਾਰੇ ਸੋਚਦੇ ਵੀ ਹੈ ਨਹੀਂ ਫਿਰ ਉਸ ਟਾਈਮ ਕਿ ਅਗਲੇ ਦਾ ਘਰ ਪੱਟਿਆ ਜਾਣਾ। ਅਤੇ ਬਾਕੀ ਮੈਨੂੰ ਨਹੀਂ ਪਤਾ ਉਹ ਕੁੜੀ ਦੀ ਕੀ ਮਜਬੂਰੀ ਸੀ ਜਾਂ ਕੀ ਹੋਇਆ, ਹੈ ਨਾ, ਆਪਾਂ ਕਿਸੇ ਦੀ ਫੈਮਿਲੀ ਬਾਰੇ ਨਹੀਂ ਜਾਣਦੇ ਹੈਗੇ। ਬਟ ਹਾਂ, ਇਹ ਚੀਜ਼ ਜ਼ਰੂਰ ਆ ਕਿ ਤੁਸੀਂ ਕਿਸੇ ਬੰਦੇ ਨੂੰ ਜੇ ਕਿਸੇ ਨਾਲ ਕੋਈ ਵੀ ਵਾਅਦਾ ਪ੍ਰੋਮਿਸ ਕੀਤਾ ਹੁੰਦਾ, ਤਾਂ ਅਗਲੇ ਨਾਲ ਐਟਲੀਸਟ ਅਗਲੇ ਨੂੰ ਬਾਹਰ ਤਾਂ ਲੈ ਜਾਓ, ਉੱਥੇ ਜਾ ਕੇ ਕੋਈ ਨਹੀਂ, ਅਗਲੇ ਨੂੰ ਸੈੱਟ ਕਰਵਾ ਦਿਓ ਵੀ ਬਾਅਦ 'ਚ ਤੁਸੀਂ ਅਗਲੇ ਨੂੰ ਛੱਡ ਦਿਓ। ਬਾਕੀ ਮੁੰਡੇ ਵਾਲੇ ਵੀ ਇਹ ਸੋਚਦੇ ਆ ਵੀ ਅਸੀਂ ਤਾਂ ਪੈਸਾ ਲਾਉਣਾ, ਅਸੀਂ ਤਾਂ ਕੁੜੀ ਖਰੀਦ ਲੈਣੀ ਅਗਲੇ ਦੀ, ਹੈ ਨਾ, ਫੀਲਿੰਗਾਂ ਹੁੰਦੀਆਂ ਨੇ ਸਭ ਦੀਆਂ, ਅਤੇ ਇਹ ਨਹੀਂ ਹੋਣਾ ਚਾਹੀਦਾ। ਹਰੇਕ ਇਨਸਾਨ ਨੂੰ ਪੂਰਾ ਜਾਂਚ ਪਰਖ ਕੇ ਰਿਸ਼ਤਾ ਜੋੜਨਾ ਚਾਹੀਦਾ, ਇਹ ਨਾ ਹੋਵੇ ਕਿ ਬਾਅਦ 'ਚ ਜਾ ਕੇ ਅਗਲਾ ਵੀ ਪਛਤਾਵੇ ਅਤੇ ਤੁਸੀਂ ਵੀ। ਔਰ ਮੈਂ ਤਾਂ ਇਹ ਸੋਚਦੀ ਹਾਂ ਵੀ ਪੇਰੈਂਟਸ ਦਾ ਅੱਜ ਕੱਲ੍ਹ ਇੰਡੀਆ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਟਰੈਂਡ ਚੱਲਦਾ ਨਾ, ਵੀ ਕੁੜੀ ਨੂੰ ਆਈਲੈਟਸ ਕਲੀਅਰ ਕਰਵਾ ਦਿਓ ਅਤੇ ਮੁੰਡਾ ਵਧੀਆ ਘਰ ਦਾ ਲੱਭ ਲਓ, ਅਤੇ ਰਿਸ਼ਤਾ ਕਰਕੇ ਅਗਲਾ ਪੈਸਾ ਲਾ ਕੇ ਸਾਡੀ ਕੁੜੀ ਨੂੰ ਬਾਹਰ ਭੇਜ ਦੂਗਾ, ਅਤੇ ਅਸੀਂ ਉਹਨਾਂ ਨਾਲ ਮੁੰਡਾ ਸੈੱਟ ਕਰਵਾ ਦਾਂਗੇ, ਅਤੇ ਨਾਲ ਅਸੀਂ ਆਪ ਸੈੱਟ ਹੋ ਜਾਵਾਂਗੇ। ਦੇਖੋ ਜੇ ਇੰਨਾ ਹੈ ਨਾ ਤੁਸੀਂ ਸੋਚਦੇ ਹੋ, ਤਾਂ ਆਪਣੇ ਬੱਚਿਆਂ ਨੂੰ ਪਰਵਰਿਸ਼ ਇੱਦਾਂ ਦੀ ਦਿਓ ਕਿ ਅੱਗੇ ਜਾ ਕੇ ਜੇ ਤੁਸੀਂ ਕਿਸੇ ਤੋਂ ਪੈਸਾ ਲਵਾ ਕੇ ਜਾਂਦੇ ਹੋ, ਤਾਂ ਅਗਲੇ ਦੇ ਪੈਸੇ ਦਾ ਮੁੱਲ ਤਾਂ ਮੋੜੋ ਐਟਲੀਸਟ, ਹੈ ਨਾ। ਦੂਜੀ ਗੱਲ, ਆਪਣੀਆਂ ਕੁੜੀਆਂ ਨੂੰ ਪਹਿਲਾਂ ਪੁੱਛ ਲਿਆ ਕਰੋ ਵੀ ਭਾਈ ਤੁਹਾਨੂੰ ਮੁੰਡਾ ਪਸੰਦ ਆ ਜਾਂ ਨਹੀਂ ਪਸੰਦ, ਵੀ ਤੁਸੀਂ ਅਗਲੇ ਨਾਲ ਨਿਭਾ ਲਓਗੀਆਂ। ਇਹ ਨਾ ਹੋਵੇ ਕਿ ਤੁਹਾਡੀ ਕੁੜੀ ਨੂੰ ਕੋਈ ਹੋਰ ਮੁੰਡਾ ਪਸੰਦ ਹੋਵੇ ਤਾਂ ਤੁਸੀਂ ਧੱਕੇ ਨਾਲ ਇੱਕ ਵਾਰ ਤੁਸੀਂ ਕੰਟਰੈਕਟ ਮੈਰਿਜ ਜਾਂ ਕੋਈ ਵੀ ਮੈਰਿਜ ਕਰਕੇ ਤੋਰ ਦਿੰਦੇ ਹੋ, ਅਤੇ ਬਾਅਦ 'ਚ ਜਾ ਕੇ ਅਗਲੀਆਂ ਬਿਲਕੁਲ ਅਗਲੇ ਨੂੰ ਬੁਲਾਉਂਦੀਆਂ ਤੱਕ ਨਹੀਂ ਆ ਬਾਹਰ, ਹੈ ਨਾ, ਅਗਲੇ ਦੇ ਘਰ ਪਿੱਛੇ ਖਰਾਬ ਹੋਈ ਜਾਂਦੇ ਆ, ਬੰਦਾ ਸਟ੍ਰੈਸ ਚਲਾ ਜਾਂਦਾ ਆਟੋਮੈਟਿਕ। ਜਿਹਨੇ ਇੰਨਾ ਪੈਸਾ ਲਾਇਆ ਹੁੰਦਾ ਨਾ, ਉਹ ਬੰਦੇ ਲਈ ਸਹਿਣ ਕਰਨਾ ਵੀ ਬਹੁਤ ਔਖਾ ਹੁੰਦਾ। ਪਤਾ ਨਹੀਂ ਕਿੰਨੇ ਇੱਦਾਂ ਦੇ ਇਸ਼ੂ ਹੈਗੇ ਆ, ਜਿਹੜੇ ਲੋਕ ਇੱਦਾਂ ਦੀਆਂ ਚੀਟਿੰਗਾਂ ਕਰ ਜਾਂਦੇ ਆ, ਅਤੇ ਪਿੱਛੇ ਜਿਹੜਾ ਬੰਦਾ ਰਹਿ ਜਾਂਦਾ ਨਾ, ਉਹਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਜਾਂ ਮੁੰਡੇ ਨਸ਼ਿਆਂ 'ਤੇ ਲੱਗ ਜਾਂਦੇ ਆ। ਅਤੇ ਕੁੜੀਆਂ ਥੋੜ੍ਹਾ ਸੋਚਦੀਆਂ ਨਹੀਂ ਇਹ ਚੀਜ਼ ਦੇ ਬਾਰੇ। ਮੈਂ ਵੀ ਇੱਕ ਕੁੜੀ ਹਾਂ, ਮੈਨੂੰ ਵੀ ਇਹ ਚੀਜ਼ ਲੱਗਦੀ ਹੈ, ਪਰ ਇਹ ਹੁੰਦਾ ਵੀ ਨਹੀਂ, ਇੱਦਾਂ ਕਿਸੇ ਨਾਲ ਬੁਰਾ ਨਹੀਂ ਕਰਨਾ ਚਾਹੀਦਾ ਕਿ ਕਿਸੇ ਨੂੰ ਬੰਦੇ ਨੂੰ ਅਸੀਂ ਸੁਸਾਈਡ ਕਰਨ ਲਈ ਮਜਬੂਰ ਕਰ ਦਈਏ। ਮਜਬੂਰੀਆਂ ਨੇ, ਕੋਈ ਗੱਲ ਨਹੀਂ। ਜਿਹੜਾ ਬੰਦਾ, ਜੇ ਤੁਸੀਂ ਕਿਸੇ ਲਈ ਉਹਨੂੰ ਛੱਡ ਰਹੇ ਹੋ ਨਾ, ਜਿਹਨੇ ਤੁਹਾਡੇ 'ਤੇ ਇੰਨਾ ਪੈਸਾ ਲਾਇਆ, ਤਾਂ ਇੱਕ ਨਾ ਇੱਕ ਦਿਨ ਬੰਦਾ ਉਹ ਵੀ ਤੁਹਾਨੂੰ ਇੱਕ ਯੂਜ਼ ਹੀ ਕਰੂਗਾ, ਉਹ ਵੀ ਤੁਹਾਡੇ ਨਾਲ ਕੋਈ ਬਾਹਲਾ ਲੰਮੇ ਟਾਈਮ ਤੱਕ ਨਿਭਾਊਗਾ ਨਹੀਂ। ਅਤੇ ਇਹੋ ਜਿਹੇ ਮੁੰਡੇ ਵੀ ਜਿਹੜੇ ਵਿਆਹੀਆਂ ਵਾਰੀਆਂ ਕੁੜੀਆਂ ਪਿੱਛੇ ਫਿਰਦੇ ਆ, ਬਾਹਰ ਜਾ ਕੇ, ਹੈ ਨਾ, ਅਗਲੀਆਂ ਨਾਲ ਗੱਲਬਾਤ ਕਰਦੇ ਆ, ਮੈਂ ਤਾਂ ਉਹਨਾਂ ਨੂੰ ਵੀ ਇਹ ਕਹਿਣੀ ਆ ਵੀ ਦੇਖੋ, ਜਿਹੜੀ ਆਪਣੇ ਘਰ ਵਾਲੇ ਦੀ ਨਹੀਂ ਹੋਈ, ਜਿਹੜੀ 25-30 ਲੱਖ ਰੁਪਇਆ ਲਵਾ ਕੇ ਕਿਸੇ ਦਾ ਗਈ ਆ, ਵੀ ਉਹ ਬੰਦੇ ਦੇ ਲਈ ਉਹਨੇ ਉਹਦਾ ਨਹੀਂ ਕੀਤਾ, ਤੁਹਾਡਾ ਕਿੱਥੋਂ ਕਰ ਜੂ? ਤੁਹਾਡੇ ਨਾਲ ਵੀ ਤਾਂ ਕਿਸੇ ਲਾਲਚ ਕਰਕੇ ਰਿਸ਼ਤਾ ਜੋੜ ਰਹੀ ਆ ਨਾ। ਸੋ ਪਲੀਜ਼, ਜੇ ਕੁੜੀਆਂ ਇਹੋ ਜਿਹਾ ਸਟੈਪ ਚੱਕਦੀਆਂ ਵੀ ਨੇ, ਜੇ ਤੁਸੀਂ ਮੁੰਡੇ ਹੋ ਕੇ ਮੁੰਡਿਆਂ ਦੀ ਸਪੋਰਟ ਨਹੀਂ ਕਰ ਸਕਦੇ, ਤਾਂ ਉਹ ਤੁਹਾਡੀਆਂ ਕਮੀਆਂ ਨੇ। ਕੱਲ੍ਹ ਨੂੰ ਜਿਹੜੀ ਕੁੜੀ ਨੇ ਪਹਿਲਾਂ ਵਾਲੇ ਨੂੰ ਨਹੀਂ ਪਾਰ ਲਾਇਆ, ਉਹ ਤੁਹਾਨੂੰ ਵੀ ਪਾਰ ਨਹੀਂ ਲਾਓ, ਕਿਉਂਕਿ ਜੇ ਉਹਨੂੰ ਕੋਈ ਹੋਰ ਪੈਸੇ ਵਾਲਾ ਮਿਲ ਗਿਆ, ਉਹਨੇ ਤੁਹਾਡੇ ਵੀ ਲੱਤ ਮਾਰਨ ਲੱਗਿਆ ਮਿੰਟ ਲਾਣਾ। ਅਤੇ ਬਾਕੀ ਕੁੜੀਆਂ ਵੀ, ਜਿਹੜਾ ਬੰਦਾ ਪਿੱਛੇ ਤੁਹਾਡੇ ਲਈ ਇੰਨਾ ਕਰਦਾ ਪਿਆ, ਤੁਸੀਂ ਉਹਦੇ ਨਾਲ ਨਹੀਂ ਰਹਿ ਸਕਦੀਆਂ, ਉਹ ਬੰਦੇ ਦੀ ਕਦਰ ਨਹੀਂ ਪਾਉਂਦੀਆਂ। ਜਿਹੜਾ ਸਾਹਮਣੇ ਵਾਲਾ ਤੁਹਾਨੂੰ ਵਿਆਹੀਆਂ ਵਰੀਆਂ ਸਮਝ ਕੇ ਨੂੰ ਵੀ ਇਹੋ ਜਿਹੇ ਕੰਮ 'ਚ ਪਾਉਂਦਾ ਵੀ ਮੇਰੇ ਨਾਲ ਫਰੈਂਡਸ਼ਿਪ ਕਰ ਲਾ, ਜਾਂ ਮੇਰੇ ਨਾਲ ਮੈਰਿਜ ਕਰ ਲਾ, ਮੈਂ ਤੈਨੂੰ ਸੈੱਟ ਕਰਵਾ ਦੂੰ, ਤਾਂ ਉਹ ਬੰਦੇ ਦਾ ਵੀ ਮੈਨੂੰ ਨਹੀਂ ਲੱਗਦਾ ਕੋਈ ਸਟੈਂਡ ਹੁੰਦਾ, ਹੈ ਨਾ। ਪਿੱਛੇ ਮਾਂ ਬਾਪ ਰੁੱਲ ਜਾਂਦੇ ਆ। ਮੈਨੂੰ ਤਾਂ ਇਹ ਨਿਊਜ਼ ਦੇਖੋ ਬਹੁਤ ਜ਼ਿਆਦਾ ਮੈਨੂੰ ਤਕਲੀਫ ਹੋਈ ਇਹ ਚੀਜ਼ ਦੇਖ ਕੇ ਵੀ ਕੀ ਹੋ ਰਿਹਾ ਸਾਡੇ ਲੋਕ ਕਿੱਥੇ। ਇੱਥੇ ਤਾਂ ਜੇ ਅਸੀਂ ਇੰਡੀਆ 'ਚ ਹੁੰਦੇ ਹਾਂ, ਪੰਜਾਬ 'ਚ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ, ਆਪਾਂ ਪੰਜਾਬ 'ਚ ਰਹਿੰਦੇ ਹਾਂ ਨਾ,
ਅਸੀਂ ਲੋਕ ਆਪਣੀਆਂ ਕੁੜੀਆਂ ਨੂੰ ਨਾ, ਜਿਹੜੇ ਪਿੰਡਾਂ ਵਾਲੇ ਹੁੰਦੇ ਆ, ਅਸੀਂ ਕਿਤੇ ਜਾਣਾ ਹੋਵੇ ਨਾ, ਅਸੀਂ ਨਾਲ ਫੈਮਿਲੀ ਦੇ ਮੈਂਬਰ ਪੇਰੈਂਟਸ ਕੋਈ ਨਾ ਕੋਈ ਜਾਊਗਾ। ਜਦੋਂ ਅਸੀਂ ਕੈਨੇਡਾ ਅਮਰੀਕਾ ਭੇਜਣਾ ਬਗਾਨੇ ਪੈਸੇ, ਤੇ ਉਦੋਂ ਅਸੀਂ ਆਪਣੀਆਂ ਕੁੜੀਆਂ ਨੂੰ ਜਹਾਜ਼ ਚਾੜ ਦਿੰਦੇ ਹਾਂ। ਉੱਥੇ ਨਹੀਂ ਦੇਖਦੇ, ਉੱਥੇ ਤਾਂ ਸਾਡਾ ਕੋਈ ਰਿਲੇਟਿਵ ਵੀ ਨਹੀਂ ਹੁੰਦਾ ਹੈਗਾ, ਜਾਂ ਇਹ ਦੇਖ ਲਓ ਵੀ ਉੱਥੇ ਕਿਸੇ ਨੂੰ ਉਹ ਜਾਣਦੀਆਂ ਨਹੀਂ ਹੁੰਦੀਆਂ ਬਗਾਨੇ ਦੇਸ਼ 'ਚ, ਉਹਨਾਂ ਲਈ ਸੈੱਟ ਹੋਣਾ ਕਿੰਨਾ ਔਖਾ ਹੁੰਦਾ। ਸਿਰਫ ਉਸ ਟਾਈਮ ਅਸੀਂ ਸੋਚਦੇ ਹਾਂ ਵੀ ਸਾਨੂੰ ਕੁੜੀ ਦੇ ਵਿਆਹ 'ਤੇ ਪੈਸੇ ਨਹੀਂ ਲਾਣੇ ਪੈਣੇ, ਸਾਨੂੰ ਦਾਜ ਨਹੀਂ ਦੇਣਾ ਪੈਣਾ, ਕਿ ਸਾਡੀ ਕੁੜੀ ਵੀ ਸੈੱਟ ਹੁੰਦੀ ਆ, ਅਸੀਂ ਵੀ ਨਾਲ ਸੈੱਟ ਹੋ ਜਾਵਾਂਗੇ, ਹੈ ਨਾ। ਪਰ ਪਲੀਜ਼ ਸਾਰੇ ਜਾਣੇ ਇਹ ਚੀਜ਼ ਦਾ ਨਾ ਬਹੁਤ ਧਿਆਨ ਰੱਖਿਆ ਕਰੋ ਕਿ ਮਤਲਬ ਬੱਚੇ ਦੀ ਚੋਇਸ ਨਾਲ ਹੀ ਮੈਰਿਜ ਕਰੋ, ਤਾਂ ਕਿ ਦੋ ਘਰ ਜਿਹੜੇ ਆ ਉੱਜੜਨੋਂ ਬਚ ਜਾਣ। ਜੇ ਦੇਖਿਆ ਜਾਵੇ ਤਾਂ ਹੁਣ ਜਿਹੜੀ ਮੈਂ ਨਿਊਜ਼ ਦੇਖੀ ਸੀਗੀ, ਉਹ 'ਚ ਮੁੰਡੇ ਵਾਲਿਆਂ ਦਾ ਤਾਂ ਘਰ ਪੱਟੇ ਗਿਆ। ਹੁਣ ਜੇ ਮੁੰਡੇ ਵਾਲਿਆਂ ਦਾ ਮੁੰਡਾ ਹੀ ਮਰ ਗਿਆ, ਉਹਨੇ ਸੁਸਾਈਡ ਕਰ ਲਿਆ, ਤਾਂ ਤੁਸੀਂ ਇਹ ਦੇਖੋ ਕੁੜੀ ਵਾਲਿਆਂ ਨੂੰ ਉਹਨਾਂ ਨੇ ਇੱਦਾਂ ਦਾ ਬਖਸ਼ਿਆ ਨਹੀਂ ਹੋਣਾ। ਉਹਨਾਂ ਨੇ ਤਾਂ ਉਹਨਾਂ 'ਤੇ ਵੀ ਕਾਰਵਾਈ ਕੀਤੀ ਹੋਣੀ ਆ ਵੀ ਸਾਡੇ ਮੁੰਡੇ ਨੂੰ ਚੀਟ ਕੀਤਾ ਤਾਂ ਸੁਸਾਈਡ ਕੀਤਾ। ਇੱਕ ਤਰ੍ਹਾਂ ਨਾਲ ਕੁੜੀ ਵਾਲੇ ਵੀ ਫਸ ਜਾਂਦੇ ਆ। ਸੋ ਪਹਿਲਾਂ ਹੀ ਇਹੋ ਜਿਹੇ ਰਿਸ਼ਤੇ ਜੋੜਨ ਤੋਂ ਪਹਿਲਾਂ ਇੱਕ ਵਾਰੀ ਸੋਚ ਲਿਆ ਕਰੋ ਕਿ ਅੱਗੇ ਸਾਡੇ ਬੱਚੇ ਨੇ ਜਾ ਕੇ ਨਿਭਾਉਣਾ ਜਾਂ ਨਹੀਂ, ਕਿਉਂਕਿ ਮਾਂ ਬਾਪ ਨੂੰ ਆਪਣੇ ਬੱਚਿਆਂ ਬਾਰੇ ਪਤਾ ਹੀ ਹੁੰਦਾ, ਕਿਉਂਕਿ ਸਾਨੂੰ ਹਰੇਕ ਬੰਦੇ ਨੂੰ ਆਪਣੀ ਪਰਵਰਿਸ਼ ਦਾ ਪਤਾ ਹੁੰਦਾ ਮੇਰਾ ਬੱਚਾ। ਜਾਂ ਫਿਰ ਮੱਤ ਕੇ ਹੀ ਲੋਕ ਇਹੋ ਜਿਹੇ ਪਲਾਨ ਕਰਦੇ ਆ ਕਿ ਬਾਹਰ ਜਾ ਕੇ ਤੂੰ ਛੱਡਦੀ ਵੀ, ਉੱਧਰੋਂ ਵੀ ਆਪਾਂ ਇੱਧਰੋਂ ਪੈਸਾ ਲਵਾ ਕੇ ਚੱਲ ਜਾਂਦੇ, ਉੱਧਰੋਂ ਨਵੀਂ ਜਗ੍ਹਾ ਮੈਰਿਜ ਕਰਵਾਵਾਂਗੇ ਤਾਂ ਸ਼ਾਇਦ ਆਪਾਂ ਨੂੰ ਉੱਧਰੋਂ ਵੀ ਕੋਈ ਪ੍ਰੋਫਿਟ ਮਿਲ ਜੂ। ਹੁਣ ਮੈਨੂੰ ਇਹ ਚੀਜ਼ ਦਾ ਤਾਂ ਨਹੀਂ ਪਤਾ ਵੀ ਜਿਹੜੀ ਮੈਂ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਨਿਊਜ਼ ਦੇਖ ਰਹੀ ਹਾਂ ਵੀ ਮੁੰਡੇ ਨੇ ਸੁਸਾਈਡ ਕੀਤਾ, ਵੀ ਕੁੜੀ ਨੇ ਬੁਲਾਇਆ ਨਹੀਂ ਆ, ਫੋਨ ਨਹੀਂ ਸੀ ਕਰਦੀ ਉਹਨੂੰ, ਵੀ ਉਹ ਡਿਪਰੈਸ਼ਨ 'ਚ ਜਾ ਕੇ ਉਹਨੇ ਸੁਸਾਈਡ ਕਰ ਲਿਆ, ਹੈ ਨਾ। ਮੈਂ ਉਹਦੇ ਬਾਰੇ ਨਹੀਂ ਕਹਿ ਰਹੀ, ਕਿਉਂਕਿ ਮੈਂ ਹਜੇ ਤੱਕ ਉਹ ਇਸ਼ੂ ਬਾਰੇ ਕੋਈ ਆਪਾਂ ਦੋਨੋਂ ਫੈਮਿਲੀ ਨੂੰ ਕਿਸੇ ਨੂੰ ਮਿਲੇ ਨਹੀਂ ਹੈਗੇ। ਬਟ ਹਾਂ, ਇਹੋ ਜਿਹੇ ਕੇਸ ਬਹੁਤ ਜ਼ਿਆਦਾ ਆਉਂਦੇ ਆ, ਮੈਂ ਪਹਿਲਾਂ ਵੀ ਦੇਖੇ ਆ ਅਤੇ ਸੁਣੇ ਵੀ ਹੈਗੇ, ਆਪਣੇ ਆਸ ਗੁਆਂਢ 'ਚ ਵੀ ਕੁਛ ਇੱਦਾਂ ਦੀਆਂ ਚੀਜ਼ਾਂ ਹੋਈਆਂ ਨੇ ਕਿ ਜਿਹੜੀਆਂ ਚੀਜ਼ਾਂ ਆਪਾਂ ਨੂੰ ਬਹੁਤ ਅਵੇਅਰ ਕਰ ਦਿੰਦੀਆਂ ਨੇ ਵੀ ਇਹੋ ਜਿਹਾ ਕੁਛ ਵੀ ਹੋ ਰਿਹਾ ਸਾਡੇ ਸਮਾਜ ਦੇ ਵਿੱਚ, ਵੀ ਲੋਕ ਇੱਦਾਂ ਵੀ ਇੱਕ ਦੂਜੇ ਨੂੰ ਚੀਟ ਕਰਦੇ ਪਏ ਆ। ਆਪਾਂ ਸਾਰੀਆਂ ਕੁੜੀਆਂ ਜਾਂ ਮੁੰਡਿਆਂ ਦੀ ਗੱਲ ਨਹੀਂ ਕਰਦੇ, ਕੁਝ ਲੋਕ ਹੁੰਦੇ ਆ ਵੀ ਜਿਹੜੇ ਮੈਰਿਜਾਂ ਕਰਾ ਕੇ ਬਾਹਰ ਜਾਂਦੇ ਆ, ਔਰ ਉਹ ਜਿਨ੍ਹਾਂ ਦੇ ਸਿਰ 'ਤੇ ਉਹ ਸਟੈਂਡ ਹੋਏ ਹੁੰਦੇ ਆ, ਉਹਨਾਂ ਨਾਲ ਪੂਰੀ ਜ਼ਿੰਦਗੀ ਨਿਭਾਉਂਦੇ ਵੀ ਹੈਗੇ ਆ। ਇਹ ਨਹੀਂ ਹੁੰਦਾ ਕਿ ਸਾਰੇ ਲੋਕ ਇੱਕੋ ਜਿਹੇ ਹੁੰਦੇ ਆ, ਪਰ ਕੁਛ ਮੰਨ ਲਓ 25-30% ਜਿਹੜੇ ਲੋਕ ਇੱਦਾਂ ਜਾ ਕੇ ਬਾਹਰ ਜਾ ਕੇ ਹੈ ਨਾ ਚੀਟਿੰਗਾਂ ਕਰ ਦਿੰਦੇ ਆ, ਫਿਰ ਬਾਕੀਆਂ ਦਾ ਵੀ ਟਰਸਟ ਜਿਹੜਾ ਉੱਠ ਜਾਂਦਾ ਲੋਕਾਂ ਦਾ, ਬਾਕੀ ਕੁੜੀਆਂ 'ਤੇ ਵੀ ਯਕੀਨ ਨਹੀਂ ਰਹਿੰਦਾ। ਕੁੜੀਓ, ਜੇ ਕਿਸੇ ਨਾਲ ਵੀ ਮੈਰਿਜ ਕਰਵਾਉਣੀ ਹੁੰਦੀ ਆ ਨਾ ਤੁਸੀਂ ਇੱਦਾਂ ਬਾਹਰ ਜਾਣ ਵਾਸਤੇ, ਤਾਂ ਅਗਲੇ ਨੂੰ ਘੱਟ ਤੋਂ ਘੱਟ ਪਾਰ ਲਾ ਦਿਆ ਕਰੋ। ਇਹ ਨਾ ਹੋਵੇ ਵੀ ਤੁਸੀਂ ਅਗਲੇ ਦਾ ਪੈਸਾ ਵੀ ਲੈ ਗਈਆਂ ਅਤੇ ਬਾਅਦ 'ਚ ਜਾ ਕੇ ਲੱਤ ਵੀ ਤੁਸੀਂ ਅਗਲੇ ਨੇ ਮਾਰਤੀ ਆ ਵੀ ਮੈਂ ਤੁਹਾਡਾ ਮੁੰਡਾ ਵੀ ਨਹੀਂ ਬੁਲਾਉਣਾ ਹੈਗਾ। ਤਾਂ ਤੁਸੀਂ ਸੋਚ ਲਿਆ ਕਰੋ ਵੀ ਜਿਹੜੇ ਤੁਹਾਡੇ ਮਾਂ-ਬਾਪ ਨੇ ਤੁਹਾਡੇ 'ਤੇ ਪੈਸਾ ਲਾ ਸਕੇ ਨਾ, ਉਹ ਅਗਲੇ ਨੇ ਤੁਹਾਡੇ ਮਾਂ-ਬਾਪ ਤੋਂ ਉੱਪਰ ਹੋ ਕੇ ਤੁਹਾਡੇ 'ਤੇ ਪੈਸਾ ਲਾਇਆ ਹੁੰਦਾ। ਦੇਖੋ, ਜੇ ਆਪਾਂ ਆਪਣੇ ਮਾਂ-ਬਾਪ ਦੀ ਵੀ ਗੱਲ ਕਰੀਏ, ਇੱਕ ਹੋਪ ਤਾਂ ਆਪਣੇ ਪੇਰੈਂਟਸ ਨੂੰ ਵੀ ਹੁੰਦੀ ਆ ਨਾ, ਜੇ ਸਾਡੇ 'ਤੇ ਉਹ ਵੀ ਪੈਸਾ ਲਾਉਂਦੇ ਆ, ਉਹ ਵੀ ਸਾਡੇ ਤੋਂ ਉਮੀਦ ਰੱਖਦੇ ਵੀ ਅਸੀਂ ਆਪਣੇ ਬੱਚੇ ਲਈ ਕੀਤਾ ਅਤੇ ਸਾਡੇ ਬੱਚੇ ਸਾਡੇ ਨੂੰ ਇਹਦੇ ਬਦਲੇ 'ਚ ਸਾਡੇ ਲਈ ਵੀ ਕੁਝ ਕਰਨ। ਪਰ ਇਹ ਨਹੀਂ ਹੁੰਦਾ ਕਿ ਉਹ ਨਹੀਂ ਸਾਡੇ ਲਈ ਸੋਚਦੇ, ਪਰ ਅਸੀਂ ਜਦੋਂ ਬਗਾਨਿਆਂ 'ਤੇ ਹੁੰਦੇ ਹਾਂ ਅਸੀਂ ਸੋਚਦੇ ਹਾਂ ਵੀ ਪਤਾ ਨਹੀਂ ਉਹਨਾਂ ਨੇ ਸਾਡੇ 'ਤੇ ਪੈਸਾ ਲਾਤਾ, ਉਹਨਾਂ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਹੁੰਦਾ। ਇਹ ਚੀਜ਼ਾਂ ਨੂੰ ਨਾ ਧਿਆਨ 'ਚ ਰੱਖ ਕੇ ਚੱਲਿਆ ਕਰੋ, ਕਿਸੇ ਦਾ ਸ਼ਾਇਦ ਘਰ ਪੱਟਿਆ ਜਾਣਾ ਉਹ ਬਚ ਜਾਵੇ, ਕਿਉਂਕਿ ਜਿਹਦੇ ਘਰੋਂ ਬੱਚਾ ਚਲਾ ਜਾਂਦਾ, ਚਾਹੇ ਕੋਈ ਮੁੰਡਾ ਚਾਹੇ ਕੁੜੀ ਆ, ਤਾਂ ਉਹਦੇ ਮਾਂ-ਬਾਪ ਨੂੰ ਪਤਾ ਹੁੰਦਾ, ਉਹਦੀ ਫੈਮਿਲੀ ਨੂੰ ਪਤਾ ਹੁੰਦਾ ਵੀ ਕਿੰਨੀ ਤਕਲੀਫ ਸਹਿੰਦੇ ਆ, ਉਹ ਪੂਰੀ ਜ਼ਿੰਦਗੀ ਘਾਟਾ ਪੂਰਾ ਨਹੀਂ ਹੁੰਦਾ। ਮੈਂ ਇਕੱਲੀ ਕੁੜੀਆਂ ਦੀ ਗੱਲ ਨਹੀਂ ਕਰਦੀ, ਕਈ ਵਾਰ ਕੀ ਹੁੰਦਾ, ਪਹਿਲਾਂ ਜੋ ਟਰੈਂਡ ਚੱਲਦਾ ਪਿਆ ਸੀ ਕਿ ਲੋਕ ਆਪਣੀਆਂ ਕੁੜੀਆਂ ਨੂੰ ਬਾਹਰਲੇ ਮੁੰਡਿਆਂ ਨਾਲ ਰਿਸ਼ਤੇ ਕਰ ਦਿੰਦੇ ਸੀ, ਕਈ ਵਾਰ ਪੂਰੀ ਜ਼ਿੰਦਗੀ ਲੇਡੀਜ਼ ਇੱਥੇ ਬੈਠੀਆਂ ਰਹਿੰਦੀਆਂ ਸੀ, ਉਹ ਬਾਹਰ ਨਹੀਂ ਸੀ ਬੁਲਾਉਂਦੇ ਹੈਗੇ, ਹੈ ਨਾ। ਉਹ ਲੋਕ ਸੀਗੇ, ਉਦੋਂ ਜੈਂਟਸ ਦਾ ਟਰੈਂਡ ਸੀਗਾ। ਜਾਂ ਦੇਖ ਲਓ ਤਾਂ ਕਈ ਕੁੜੀਆਂ ਨਾਲ ਵੀ ਇਹੋ ਜਿਹੀਆਂ ਚੀਟਿੰਗਾਂ ਹੋਈਆਂ ਨੇ, ਵੀ ਉਹ ਇੱਥੇ ਜੋਗੀ ਰਹਿ ਗਈਆਂ ਇੱਥੇ, ਜਾਂ ਉਹਨਾਂ ਦੇ ਕਈ ਵਾਰ ਬੱਚੇ ਵੀ ਹੋ ਗਏ, ਉਹ ਪੂਰੀ ਆਪਣੇ ਸਹੁਰੇ ਘਰ ਇੱਧਰ ਰਹਿ ਗਈਆਂ, ਅਤੇ ਉਹਨਾਂ ਬੰਦਿਆਂ ਨੇ ਵੀ ਬਾਹਰ ਮੈਰਿਜਾਂ ਕਰਾਈਆਂ ਹੁੰਦੀਆਂ ਨੇ। ਸੋ ਮਤਲਬ ਰਿਸ਼ਤਿਆਂ ਨੂੰ ਨਾ ਨਿਭਾਉਣਾ, ਉਹਨੂੰ ਪਿਆਰ ਅਤੇ ਰਿਸਪੈਕਟ ਨਾਲ ਨਿਭਾਉਣਾ ਚਾਹੀਦਾ। ਇਹ ਨਹੀਂ ਹੈਗਾ ਵੀ ਅਸੀਂ ਕਿਸੇ ਨੂੰ ਯੂਜ਼ ਕਰੀਏ, ਕਿਉਂਕਿ ਹਰ ਇਨਸਾਨ ਮਤਲਬ ਇਸ ਚੀਜ਼ ਤੋਂ ਹੋਪ, ਜਦੋਂ ਕਿਸੇ ਨਾਲ ਰਿਸ਼ਤਾ ਜੋੜਦਾ ਨਾ, ਉਦੋਂ ਉਹਨੂੰ ਇੱਕ ਉਮੀਦ ਹੁੰਦੀ ਆ, ਜਿਹੜੀ ਕਿ ਆਪਾਂ ਜਦੋਂ ਨਹੀਂ ਪੂਰੀ ਹੁੰਦੀ ਨਾ, ਬੰਦਾ ਆਟੋਮੈਟਿਕ ਡਿਪਰੈਸ਼ਨ 'ਚ ਚਲਾ ਜਾਂਦਾ। ਇਹ ਚੀਜ਼ ਦਾ ਨਾ ਮਤਲਬ ਪੂਰਾ ਧਿਆਨ ਰੱਖਿਆ ਕਰੋ। ਨਹੀਂ ਤਾਂ ਫਸਟਲੀ ਆਪਣੇ ਬੱਚਿਆਂ ਨੂੰ ਸਟੈਂਡ ਕਰਨ ਲਈ ਖੁਦ ਐਫਰਟਸ ਕਰੋ। ਜੇ ਤੁਹਾਡਾ ਬੱਚਾ ਉਹ ਚੀਜ਼ ਦੇ ਵਿੱਚ, ਜ਼ਰੂਰੀ ਥੋੜ੍ਹੀ ਆ ਅਸੀਂ ਆਪਣੇ ਬੱਚੇ ਨੂੰ, ਜੇ ਸਾਡੇ ਗੁਆਂਢ 'ਚੋਂ ਬੱਚਾ ਬਾਹਰ ਚਲਾ ਗਿਆ ਜਾਂ ਸਾਡੇ ਰਿਲੇਟਿਵ ਕੋਈ ਬਾਹਰ ਚਲਾ ਗਿਆ, ਉਹਨਾਂ ਦਾ ਬੇਟਾ ਸੈੱਟ ਜਾਂ ਬੇਟੀ ਸੈੱਟ ਹੋ ਗਈ, ਵੀ ਅਸੀਂ ਉਹਨਾਂ ਦੀ ਰੀਸੋ ਰੀਸ ਅਸੀਂ ਆਪਣੇ ਬੱਚੇ ਨੂੰ ਬਾਹਰ ਹੀ ਸੈੱਟ ਕਰਨਾ। ਇੱਥੇ ਵੀ ਬਹੁਤ ਕੰਮ ਨੇ, ਉਹਨੂੰ ਕੋਈ ਆਪਣਾ ਬਿਜ਼ਨਸ ਤੋਰ ਕੇ ਦੇ ਦਿਓ, ਉਹਨੂੰ ਸਪੋਰਟ ਕਰੋ। ਜਿਹੜਾ ਬੰਦਾ 25-30 ਲੱਖ ਲਾ ਕੇ ਬਾਹਰ ਭੇਜਣ ਦੀ ਹੈ ਨਾ ਕੈਪੈਸਿਟੀ ਰੱਖਦਾ, ਉਹਦੇ ਕੋਲ ਇੱਥੇ ਆਪਣੇ ਬੱਚੇ 'ਤੇ ਪੈਸਾ ਲਾਉਣ ਦੀ ਵੀ ਕੋਈ ਕਮੀ ਨਹੀਂ ਹੁੰਦੀ। ਜੇ ਤੁਹਾਡੇ ਬੱਚੇ 'ਚ ਚਲੋ ਐਬਿਲਿਟੀ ਨਹੀਂ ਹੈਗੀ, ਉਹ ਬਾਹਰ ਆਈਲੈਟਸ ਕਲੀਅਰ ਕਰਕੇ ਬਾਹਰ ਨਹੀਂ ਜਾ ਸਕਦਾ, ਪਰ ਉਹਦੇ 'ਚ ਵੀ ਕੋਈ ਨਾ ਕੋਈ ਗੁਣ ਹੋਊਗਾ ਜਿਹੜਾ ਉਹਦੇ 'ਚ ਚੰਗੀ ਤਰ੍ਹਾਂ ਹੋਊਗਾ, ਜਿਹੜਾ ਉਹ ਕੰਮ ਆਸਾਨੀ ਨਾਲ ਕਰ ਸਕਦਾ। ਜੇ ਤੁਹਾਡਾ ਬੱਚਾ ਖੇਤੀ ਕਰਦਾ, ਉਹਨੂੰ ਖੇਤੀ ਚਲਾਓ। ਜੇ ਕੋਈ ਬਿਜ਼ਨਸਮੈਨ ਦਾ ਬੱਚਾ ਬਿਜ਼ਨਸ ਕਰ ਸਕਦਾ, ਉਹਨੂੰ ਬਿਜ਼ਨਸ 'ਚ ਸਿਖਾਓ, ਜਾਂ ਫਿਰ ਕੋਈ ਜੋਬ ਲਈ ਟਰਾਈ ਕਰੋ। ਜ਼ਰੂਰੀ ਥੋੜ੍ਹੀ ਆ ਵੀ ਅਸੀਂ, ਜੇ ਸਾਡੇ ਬੱਚੇ 'ਚ ਉਹ ਚੀਜ਼ ਨਹੀਂ ਹੈਗੀ, ਅਸੀਂ ਕਿਸੇ ਦੇ ਸਹਾਰੇ ਕਰਕੇ ਬੱਚੇ ਨੂੰ ਬਾਹਰ ਭੇਜਣਾ ਹੁੰਦਾ। ਸੋ ਮੈਂ ਤਾਂ ਇੰਨੀ ਕੁ ਰਿਕੁਐਸਟ ਕਰੂੰਗੀ ਪੇਰੈਂਟਸ ਨੂੰ ਵੀ ਅਤੇ ਕੁੜੀਆਂ ਮੁੰਡਿਆਂ ਨੂੰ ਵੀ, ਹੈ ਨਾ,
ਜੇ ਤੁਹਾਡੇ 'ਚ ਆਪਣੇ 'ਚ ਹੈਗੀ ਆ ਕਾਬਲੀਅਤ ਇਸ ਚੀਜ਼ ਦੀ, ਤੁਹਾਡੇ ਕੋਲ ਪੈਸਾ ਹੈਗਾ, ਉਹ ਸਟੈਪ ਉਸੇ ਲੈਵਲ 'ਤੇ ਚੱਕਿਆ ਕਰੋ। ਅਸੀਂ ਕਿਸੇ ਦੇ ਪੈਸੇ 'ਤੇ ਸਟੈਂਡ ਹੋ ਕੇ ਕਿਸੇ ਦੇ ਲੱਤ ਮਾਰਨੀ ਬਹੁਤ ਗਲਤ ਗੱਲ ਹੁੰਦੀ ਆ। ਬਾਕੀ ਜਿਹੜੀ ਪੇਰੈਂਟਸ ਨੂੰ ਵੀ ਇਹੀ ਰਿਕੁਐਸਟ ਆ ਵੀ ਜਿਹੜੀ ਤੁਹਾਡੇ ਬੱਚੇ 'ਚ ਕੈਪੇਬਿਲਿਟੀ ਹੈਗੀ ਆ ਨਾ, ਜਿਹੜਾ ਕੰਮ ਉਹ ਆਸਾਨੀ ਨਾਲ ਕਰ ਸਕਦਾ, ਸਿੱਖ ਸਕਦਾ, ਉਹਨੂੰ ਉਸੇ ਲਾਈਨ ਦੇ ਵਿੱਚ ਲੈ ਕੇ ਜਾਣਾ ਚਾਹੀਦਾ। ਜ਼ਰੂਰੀ ਨਹੀਂ ਆ ਵੀ ਅਸੀਂ ਬਾਹਰ ਹੀ ਭੇਜਣਾ ਜਾਂ ਇੱਥੇ ਗੌਰਮੈਂਟ ਜੋਬ ਹੀ ਦਿਵਾਉਣੀ ਆ ਬੱਚੇ ਨੂੰ ਜਾਂ ਕੋਈ ਹੋਰ ਕੰਮ ਕਰਵਾਉਣਾ। ਜਿਹੜੇ 'ਚ ਬੱਚੇ ਦੀ ਇੰਟਰਸਟ ਹੋਵੇ ਨਾ, ਜੇ ਆਪਾਂ ਪ੍ਰੋਪਰ ਬੱਚਿਆਂ ਨੂੰ ਪਾਲਦੇ ਹਾਂ, ਆਪਾਂ ਆਪਣੇ ਬੱਚਿਆਂ 'ਤੇ ਧਿਆਨ ਰੱਖਦੇ, ਆਪਾਂ ਨੂੰ ਬਚਪਨ ਤੋਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਸਾਡੇ ਬੱਚੇ ਦੀ ਇੰਟਰਸਟ ਕਿਸ ਚੀਜ਼ ਦੇ ਵਿੱਚ ਆ। ਉਹਨੂੰ ਜਿਹੜੀ ਚੀਜ਼ ਦੇ ਵਿੱਚ ਇੰਟਰਸਟ ਹੈਗਾ, ਅਸੀਂ ਨਹੀਂ ਕਹਿੰਦੇ ਬੱਚੇ ਨੂੰ ਸਟੱਡੀ 'ਚ ਹੀ ਟੌਪ ਹੋਣਾ। ਜੇ ਉਹਨੂੰ ਕਿਸੇ ਗੇਮਿੰਗ ਦੇ ਵਿੱਚ ਇੰਟਰਸਟ ਹੈਗਾ ਤਾਂ ਉਹਨੂੰ ਗੇਮ ਵਾਲੇ ਪਾਸੇ ਪਾ ਦਿਓ। ਜੇ ਉਹਨੂੰ ਕੋਈ ਡਰਾਇੰਗ ਆਉਂਦੀ ਆ ਤਾਂ ਉਹਨੂੰ ਪ੍ਰੋਪਰ ਉਹਦੀ ਡਰਾਇੰਗ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ। ਜੇ ਕਿਸੇ ਹੋਰ ਆਰਟਸ ਦੇ ਵਿੱਚ ਹੈ, ਉਹਨੂੰ ਕੋਈ ਹੋਰ ਆਰਟ ਆਉਂਦਾ ਵਾ, ਤਾਂ ਉਹਨੂੰ ਉਹ ਆਰਟ ਦੇ ਵਿੱਚ ਪਾਉਣਾ ਚਾਹੀਦਾ। ਇਹ ਨਹੀਂ ਹੈਗਾ ਜੇ ਕੋਈ ਡਾਂਸਿੰਗ ਦੇ ਵਿੱਚ ਹੈਗਾ ਜਾਂ ਸਿੰਗਿੰਗ ਦੇ ਵਿੱਚ, ਬੱਚੇ ਨੂੰ ਉਹਦੀ ਉਹ ਕਲਾ ਨੂੰ ਅੱਗੇ ਲੈ ਕੇ ਆਉਣ ਲਈ ਉਹਦੇ ਲਈ ਐਫਰਟਸ ਕਰਨੇ ਚਾਹੀਦੇ। ਨਾ ਕਿ ਇਹ ਕੰਪੀਟੀਸ਼ਨ ਹੋਣਾ ਚਾਹੀਦਾ ਵੀ ਸਾਡਾ ਬੱਚਾ ਆਪਣੀ ਕਲਾ ਵੀ ਕਰੇ ਅਤੇ ਨਾਲ ਉਹ ਸਟੱਡੀ 'ਚੋਂ ਵੀ ਪੂਰੇ ਟੌਪ ਦੇ ਨੰਬਰ ਲੈ ਕੇ ਆਵੇ। ਹਾਂ, ਐਵਰੇਜ ਵੀ ਬੱਚਾ ਚੱਲ ਜੂਗਾ ਜੇ ਉਹ ਕਿਸੇ ਹੋਰ ਗੁਣ ਦੇ ਵਿੱਚ ਪੂਰੀ ਤਰ੍ਹਾਂ ਪਰਫੈਕਟ ਹੈਗਾ। ਸੋ ਪਲੀਜ਼ ਰਿਕੁਐਸਟ ਆ, ਮਤਲਬ ਪਰਵਰਿਸ਼ ਹੀ ਇੱਦਾਂ ਨਹੀਂ ਕਰੋ ਕਿ ਤੁਹਾਡੇ ਬੱਚੇ ਨੂੰ ਕਿਸੇ ਹੋਰ ਦੇ ਸਹਾਰੇ ਸੈੱਟ ਹੋਣ ਦੀ ਜ਼ਰੂਰਤ ਨਾ ਪਵੇ। ਥੈਂਕ ਯੂ ਜੀ। ਆਪਣੇ ਪਲੀਜ਼ ਕਮੈਂਟਸ ਕਰਕੇ ਦੱਸਿਓ ਮੈਨੂੰ ਵੀ ਕਿੱਦਾਂ ਲੱਗੀ ਮੇਰੀ ਇਹ ਵੀਡੀਓ। ਥੈਂਕ ਯੂ ਜੀ। ਸੌਰੀ ਜੇ ਕੁਛ ਗਲਤ ਬੋਲਿਆ ਗਿਆ ਹੋਵੇ। ਓਕੇ ਜੀ, ਬਾਏ ਬਾਏ।